ਇਸੇ ਤਰ੍ਹਾਂ ਹੀ ਇੱਕ ਸਿੱਖ ਮਹਾਰਾਜ ਜੀ ਦੇ ਚਰਨਾਂ 'ਚ ਆਉਂਦਾ ਹੈ, ਜਿਸ ਦਾ ਨਾਮ ਭਾਈ ਸ਼ਮੁੰਦਾ ਜੀ ਹੈ। ਆ ਕੇ ਬੇਨਤੀ ਕਰਦਾ, ਮਹਾਰਾਜ ਕਿਰਪਾ ਕਰੋ, ਸਨਮੁਖ ਕੌਣ ਹੈ, ਇਸ ਦੇ ਬਾਰੇ ਦੱਸੋ। ਸਨਮੁਖ ਦੀ ਪਰਿਭਾਸ਼ਾ ਕੀ ਹੈ, ਇਹਦੇ ਬਾਰੇ ਕਿਰਪਾ ਕਰਕੇ ਦੱਸੋ। ਤਾਂ ਸਤਿਗੁਰੂ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਜੀ ਜਵਾਬ ਦਿੰਦੇ ਨੇ, ਪਿਛਲ ਰਾਤ ਨੀਂਦ ਕੋ ਤਿਆਗੈ। ਭਾਵ ਜਿਹੜਾ ਅੰਮ੍ਰਿਤ ਵੇਲੇ ਜਾਗਦਾ ਹੈ, ਪਿਛਲ ਰਾਤ ਤੋਂ ਭਾਵ ਅੰਮ੍ਰਿਤ ਵੇਲਾ, ਚੌਥਾ ਪਹਿਰ, ਜੋ ਚੌਥੇ ਪਹਿਰ ਜਾਗਦਾ ਹੈ ਔਰ ਜਾਗ ਕੇ ਕੀ ਕਰਦਾ ਹੈ, ਗੁਰਬਾਣੀ ਪੜ੍ਹਦਾ ਹੈ ਔਰ ਗੁਰਬਾਣੀ ਪੜ੍ਹ ਕੇ ਆਪਣੇ ਹਿਰਦੇ ਨੂੰ ਸ਼ੁੱਧ ਕਰਦਾ ਹੈ, ਆਪਣੇ ਹਿਰਦੇ ਨੂੰ ਪਵਿੱਤਰ ਕਰਦਾ ਹੈ। ਉਹ ਹੈ ਸਨਮੁਖ। ਮਹਾਰਾਜ ਜੀ ਕਹਿੰਦੇ ਕਿ ਜਿਹੜਾ ਆਪਣੇ ਹਿਰਦੇ ਨੂੰ ਪਵਿੱਤਰ ਕਰਦਾ ਹੈ। ਹਿਰਦੇ ਨੂੰ ਪਵਿੱਤਰ ਕਰਨ ਤੋਂ ਭਾਵ ਕੀ ਹੈ? ਹਿਰਦੇ ਨੂੰ ਪਵਿੱਤਰ ਕਰਨ ਤੋਂ ਭਾਵ ਹੈ, ਗੁਰਮੁਖ ਪਿਆਰਿਓ, ਜਿਹਨੂੰ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ, ਭਰੀਐ ਮਤ ਪਾਪਾਂ ਕੈ ਸੰਗ। ਪਾਪ ਦਾ ਸੰਬੰਧ ਤੁਹਾਡੇ ਮਨ ਨਾਲ ਹੈ, ਤੁਹਾਡੇ ਹਿਰਦੇ ਨਾਲ ਹੈ। ਪਾਪ ਕੀ ਹੈ? ਬੁਰਾ ਸੋਚਣਾ। ਪਾਪ ਕੀ ਹੈ? ਮਨ ਹੀ ਮਨ ਕਿਸੇ ਦੇ ਪ੍ਰਤੀ ਨਫ਼ਰਤ ਦੇ ਭਾਵ ਰੱਖਣੇ, ਈਰਸ਼ਾ ਦੇ ਭਾਵ ਰੱਖਣੇ, ਦਵੈਸ਼ ਦੇ ਭਾਵ ਰੱਖਣੇ, ਵੈਰ ਦੇ ਭਾਵ ਰੱਖਣੇ। ਔਰ ਸਤਿਗੁਰੂ ਜੀ ਕਹਿੰਦੇ ਨੇ ਪਾਵਨ ਬਾਣੀ ਦੇ ਅੰਦਰ, ਮਹਾਰਾਜ ਜੀ ਕਹਿੰਦੇ ਕਿ 8 ਪਹਿਰ ਚਿਤਵੈ ਨਹੀਂ ਪਹੁੰਚੈ, ਬੁਰਾ ਚਿਤਵਤ ਮਰੀਐ। ਇਹ ਮਹਾਰਾਜ ਜੀ ਨਿੰਦਕ ਦੀ ਪਰਿਭਾਸ਼ਾ ਦਿੰਦੇ ਨੇ। ਪਾਤਸ਼ਾਹ ਜੀ ਕਹਿੰਦੇ, ਨਿੰਦਕ ਐਸੇ ਹੀ ਚਰ ਭਰੀਐ, ਇਹ ਨਿਸ਼ਾਨੀ ਸੁਣੋ ਤੁਮ ਭਾਈ, ਜੋ ਕਾਲਰ ਭੇਤ ਗਿਰੀਐ। ਕਹਿੰਦੇ ਜਿਹੜਾ ਨਿੰਦਕ ਹੈ, ਉਹਦੀ ਨਿਸ਼ਾਨੀ ਕੀ ਹੈ? ਉਹ ਸਾਰਾ ਦਿਨ ਖਾਮੀਆਂ ਲੱਭਦਾ ਹੈ, ਕਮੀਆਂ ਲੱਭਦਾ ਹੈ, ਸਾਰਾ ਦਿਨ ਬੁਰਾ ਚਿਤਵਦਾ ਰਹਿੰਦਾ ਹੈ। ਸਵੇਰ ਤੋਂ ਸ਼ਾਮ ਤੱਕ ਉਹ ਬੁਰਾ ਚਿਤਵਦਾ ਰਹਿੰਦਾ ਹੈ। ਔਰ ਕੁਦਰਤ ਦਾ ਇੱਕ ਨਿਯਮ ਹੈ, ਗੁਰਮੁਖ ਪਿਆਰਿਓ, ਜਿਹੜਾ ਸੰਸਾਰ ਹੈ ਨਾ, ਇਹ ਊਰਜਾ ਹੈ। ਪਹਿਲਾਂ ਕਿਹਾ ਜਾਂਦਾ ਸੀ ਮੈਟਰ ਹੈ, ਹੁਣ ਮੈਟਰ ਤੋਂ ਅੱਗੇ ਗੱਲ ਕੀਤੀ ਜਾਂਦੀ ਹੈ ਊਰਜਾ ਦੀ, ਐਨਰਜੀ ਦੀ, ਕਿ ਜੋ ਕੁਝ ਵੀ ਹੈ ਸਭ ਊਰਜਾ ਹੈ, ਸਭ ਸ਼ਕਤੀ ਹੈ। ਔਰ ਜੋ ਤੁਸੀਂ ਵਿਚਾਰਦੇ ਹੋ, ਜੋ ਤੁਸੀਂ ਸੋਚਦੇ ਹੋ, ਜੋ ਤੁਹਾਡੇ ਸ਼ਬਦ ਨੇ, ਜੈਸਾ ਤੁਹਾਡਾ ਸੋਚਣਾ ਹੈ, ਜੈਸੇ ਤੁਹਾਡੇ ਸ਼ਬਦ ਨੇ, ਜੈਸਾ ਤੁਹਾਡਾ ਵਿਚਾਰਨਾ ਹੈ, ਜੈਸਾ ਤੁਹਾਡਾ ਚਿੰਤਨ ਹੈ, ਤੁਸੀਂ ਵੈਸੀ ਹੀ ਊਰਜਾ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹੋ, ਆਪਣੇ ਵੱਲ ਖਿੱਚਦੇ ਹੋ। ਤੁਸੀਂ ਲਾਅ ਆਫ ਗ੍ਰੈਵਿਟੀ ਬਾਰੇ ਪੜ੍ਹਿਆ ਹੋਣਾ ਹੈ, ਤੁਸੀਂ ਲਾਅ ਆਫ ਅਟਰੈਕਸ਼ਨ ਬਾਰੇ ਪੜ੍ਹਿਆ ਹੋਣਾ ਹੈ। ਮਹਾਰਾਜ ਜੀ ਕਹਿੰਦੇ, ਜਿਹੜਾ ਬੰਦਾ ਸਾਰਾ ਦਿਨ ਬੁਰਾ ਚਿਤਵਦਾ ਹੈ, ਉਹ ਕੀ ਖਿੱਚ ਰਿਹਾ ਹੈ? ਕੈਸੀ ਸ਼ਕਤੀ ਖਿੱਚਦਾ ਪਿਆ? ਮੰਨ ਲਓ ਤੁਸੀਂ ਸਵੇਰ ਤੋਂ ਸ਼ਾਮ ਤੱਕ ਬੁਰਾ ਹੀ ਸੋਚਦੇ ਰਹਿੰਦੇ ਹੋ, ਤਾਂ ਤੁਸੀਂ ਕਿਸ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਪਏ ਹੋ? ਬੁਰਾਈ ਨੂੰ। ਅੱਗੇ ਚੱਲ ਕੇ ਮਹਾਰਾਜ ਜੀ ਕਹਿੰਦੇ, ਜੋ ਦੇਖੈ ਛਿੱਦਰ ਤੋ ਨਿੰਦਕ ਉਮਾ ਹੈ। ਛਿੱਦਰ ਤੋਂ ਭਾਵ ਕੀ? ਖਾਮੀ, ਕਮੀ। ਕਹਿੰਦੇ ਜਦੋਂ ਕੋਈ ਨਿੰਦਕ ਭਾਵ ਬੁਰਾ ਵਿਅਕਤੀ ਕਿਸੇ ਦੇ ਅੰਦਰ ਕੋਈ ਖਾਮੀ ਦੇਖਦਾ, ਉਹ ਬੜਾ ਖੁਸ਼ ਹੁੰਦਾ ਹੈ। ਜੋ ਦੇਖੈ ਛਿੱਦਰ ਤੋ ਨਿੰਦਕ ਉਮਾ ਹੈ। ਉਹਨੂੰ ਕਿਸੇ ਦੇ ਅੰਦਰ ਖਾਮੀ, ਕਿਸੇ ਦੇ ਅੰਦਰ ਕਮੀ, ਕਿਸੇ ਦੇ ਅੰਦਰ ਜਦੋਂ ਬੁਰਾਈ ਦਿਸਦੀ ਹੈ ਨਾ, ਉਹ ਬੜਾ ਖੁਸ਼ ਹੁੰਦਾ ਹੈ।
ਭਲੋ ਦੇਖ ਦੁੱਖ ਭਰੀਐ, ਪਰ ਜਦੋਂ ਕਿਸੇ ਦੇ ਅੰਦਰੋਂ ਭਲਾ ਦੇਖ ਲੈਂਦਾ ਹੈ, ਦੁਖੀ ਹੋ ਜਾਂਦਾ ਹੈ। ਹੁਣ ਤੁਸੀਂ ਸੋਚੋ, ਜਿਹੜੇ ਬੰਦੇ ਦੀ ਖੁਸ਼ੀ, ਜਿਹੜੇ ਬੰਦੇ ਦਾ ਆਨੰਦ, ਜਿਹੜੇ ਬੰਦੇ ਦਾ ਚਾਉ, ਜਿਹੜੇ ਬੰਦੇ ਦੀ ਚਾਹਨਾ ਹੀ ਇਹ ਹੈ ਕਿ ਸਾਰਾ ਦਿਨ ਖਾਮੀਆਂ ਦਿਸਦੀਆਂ ਰਹਿਣ ਮੈਨੂੰ ਦੂਜਿਆਂ 'ਚ, ਤੇ ਕੁਦਰਤ ਕੀ ਕਰਦੀ ਹੈ ਫਿਰ? ਜੋ ਤੁਸੀਂ ਚਿਤਵਦੇ ਹੋ ਤੁਹਾਨੂੰ ਦੇ ਦਿੰਦੀ ਹੈ। ਇੱਕ ਬਹੁਤ ਹੀ ਪ੍ਰਸਿੱਧ ਕਿਤਾਬ ਹੈ ਰਹੱਸ ਦਾ ਸੀਕ੍ਰੇਟ, ਤੁਹਾਡੇ ਚੋਂ ਕੋਈ ਸੱਜਣਾ ਨੇ ਪੜ੍ਹੀ ਹੋਣੀ। ਉਸ ਕਿਤਾਬ ਦੀ ਜਿਹੜੀ ਸ਼ੁਰੂਆਤ ਹੈ, ਆਰੰਭ ਹੈ, ਆਰੰਭ ਵਿੱਚ ਦੋ ਗੱਲਾਂ ਲਿਖੀਆਂ ਹੋਈਆਂ ਨੇ। ਕੀ ਲਿਖਿਆ ਹੋਇਆ? ਦੋ ਹੀ ਗੱਲਾਂ ਨੇ ਬਸ। ਪਹਿਲੀ ਗੱਲ ਇਹ ਹੈ ਕਿ ਜੈਸਾ ਉੱਪਰ ਵੈਸਾ ਨੀਚੇ, ਜੈਸਾ ਭੀਤਰ ਵੈਸਾ ਬਾਹਰ, ਕਿ ਜੋ ਤੁਹਾਡੇ ਭੀਤਰ ਹੈ, ਭਾਵ ਜੋ ਤੁਹਾਡੇ ਹਿਰਦੇ 'ਚ ਹੈ, ਜੋ ਤੁਹਾਡੇ ਅੰਦਰ ਚੱਲਦਾ ਹੈ, ਜੈਸਾ ਵੀ ਚੱਲਦਾ ਹੈ, ਜੋ ਤੁਸੀਂ ਸਵੇਰ ਤੋਂ ਸ਼ਾਮ ਤੱਕ ਚਿਤਵਦੇ ਰਹਿੰਦੇ ਹੋ, ਜੋ ਸੋਚਦੇ ਰਹਿੰਦੇ ਹੋ, ਸਾਰਾ ਕੁਝ ਬਾਹਰ ਵੈਸਾ ਬਣਨਾ ਸ਼ੁਰੂ ਹੋ ਜਾਣਾ ਹੈ। ਤੁਹਾਡੇ ਜੀਵਨ 'ਚੋਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਣੀਆਂ। ਕਿਉਂ? ਕਿਉਂਕਿ ਤੁਸੀਂ ਸਾਰਾ ਦਿਨ ਬੁਰਾ ਚਿਤਵਦੇ ਰਹਿੰਦੇ ਹੋ। ਪਾਤਸ਼ਾਹ ਕਹਿੰਦੇ 8 ਪਹਿਰ ਚਿਤਵੈ ਨਹੀਂ ਪਹੁੰਚੈ, ਫਿਰ ਬੁਰਾ ਚਿਤਵਤ ਚਿਤਵਤ ਮਰੀਐ। ਹੁਣ ਚਿਤਵਤ ਤੋਂ ਭਾਵ ਹੈ ਚਿਤਵਣੀ, ਤੁਹਾਡੇ ਅੰਦਰ ਜੋ ਚੇਤਾ ਚੱਲਦਾ ਹੈ, ਜੋ ਚਿੰਤਨ ਚੱਲਦਾ ਹੈ। ਮਹਾਰਾਜ ਦੇ ਬਚਨ ਤੁਸੀਂ ਪੜ੍ਹਦੇ ਹੋ, ਪਰ ਕਾ ਬੁਰਾ ਨਾ ਰੱਖੋ ਚੀਤ। ਹੁਣ ਜੇਕਰ ਤੁਸੀਂ ਸਾਰਾ ਦਿਨ ਪਰਾਏ ਦਾ ਬੁਰਾ ਹੀ ਆਪਣੇ ਅੰਦਰ ਚਿਤਵਿਆ ਹੈ, ਤੇ ਪਿਆਰਿਓ ਤੁਹਾਡੇ ਜੀਵਨ 'ਚ ਉਹੀ ਆਉਣਾ ਸ਼ੁਰੂ ਹੋ ਜਾਣਾ ਹੈ ਜੋ ਤੁਸੀਂ ਚਿਤਵਦੇ ਪਏ ਹੋ। ਇਸੇ ਕਰਕੇ ਭੁੱਲ ਕੇ ਵੀ ਬੁਰਾ ਨਾ ਸੋਚੋ, ਜੋ ਸੋਚੋਗੇ ਹੋਣਾ ਸ਼ੁਰੂ ਹੋ ਜਾਣਾ ਹੈ। ਕਿਉਂਕਿ ਮੈਂ ਹੁਣੇ ਬੇਨਤੀ ਕੀਤੀ ਹੈ ਕਿ ਕੁਦਰਤ ਦਾ ਨਿਯਮ, ਭਾਵ ਕਿ ਸੰਸਾਰ ਦੇ ਅੰਦਰ ਜੋ ਕੁਝ ਵੀ ਹੈ ਕਿਹਾ ਜਾਂਦਾ ਹੈ, ਉਹ એનર્ਜੀ ਦਾ ਰੂਪ ਹੈ, ਸ਼ਕਤੀ ਦਾ ਰੂਪ ਹੈ। ਔਰ ਜੋ ਤੁਸੀਂ ਸੋਚਦੇ ਹੋ, ਉਹ ਸ਼ਕਤੀ ਤੁਹਾਡੇ ਕੋਲ ਆਉਣੀ ਸ਼ੁਰੂ ਹੋ ਜਾਂਦੀ ਹੈ। ਲਾਅ ਆਫ ਅਟਰੈਕਸ਼ਨ ਕਹਿੰਦਾ ਹੈ ਕਿ ਆਪਾਂ, ਤੁਸੀਂ ਹੋ, ਮੈਂ ਆ, ਚਾਹੇ ਕੁਝ ਵੀ ਹੈ, ਪੱਥਰ ਵੀ ਹੈ, ਪੱਥਰ ਵੀ ਜਾਂ ਤੁਹਾਨੂੰ ਖਿੱਚੇਗਾ ਜਾਂ ਤੁਸੀਂ ਉਹਨੂੰ ਆਪਣੇ ਵੱਲ ਖਿੱਚੋਗੇ। ਹਰ ਇੱਕ ਚੀਜ਼ ਖਿੱਚਦੀ ਹੈ। ਤੇ ਹੁਣ ਸਵੇਰ ਤੋਂ ਸ਼ਾਮ ਤੱਕ ਜੇਕਰ ਦੇਖੋ ਨਾ, ਜਿਹੜੀ ਨੀਵੀਂ ਜਗ੍ਹਾ ਹੈ, ਪਾਣੀ ਜਿਹੜਾ ਹੈ ਨਿਵਾਣ ਵੱਲ ਜਾਂਦਾ ਹੈ, ਨੀਵੀਂ ਜਗ੍ਹਾ ਭਰੀ ਜਾਂਦੀ ਹੈ। ਬਿਲਕੁਲ ਇਸੇ ਪ੍ਰਕਾਰ ਤੁਹਾਡਾ 4 ਛੁਪੇਰਾ ਸਮਝੋ, ਤੁਸੀਂ ਨੀਵੀਂ ਜਗ੍ਹਾ ਤੇ ਹੋ, ਸਵੇਰ ਤੋਂ ਸ਼ਾਮ ਤੱਕ ਬਹੁਤ ਕੁਝ ਤੁਹਾਡੇ ਅੰਦਰ ਭਰਿਆ ਜਾਂਦਾ ਹੈ। ਪਰ ਭਰਿਆ ਕੀ ਜਾਂਦਾ ਹੈ? ਜੋ ਤੁਸੀਂ ਸੋਚਦੇ ਹੋ, ਜੈਸਾ ਤੁਸੀਂ ਚਿੰਤਨ ਕਰਦੇ ਹੋ। ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਜਾਗਣਾ ਹੈ, ਜਾਗ ਕੇ ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਪੜ੍ਹ ਕੇ ਆਪਣੇ ਹਿਰਦੇ ਨੂੰ ਪਵਿੱਤਰ ਕਰਨਾ ਹੈ, ਸ਼ੁੱਧ ਕਰਨਾ ਹੈ। ਪਵਿੱਤਰ ਕਰਨ ਤੋਂ ਭਾਵ ਕਿ ਹਿਰਦੇ 'ਚ ਬੁਰਾ ਨਹੀਂ ਰਹਿਣਾ ਚਾਹੀਦਾ, ਵੈਰ ਨਹੀਂ ਰਹਿਣਾ ਚਾਹੀਦਾ, ਨਫ਼ਰਤ ਨਹੀਂ ਰਹਿਣੀ ਚਾਹੀਦੀ, ਈਰਸ਼ਾ ਨਹੀਂ ਰਹਿਣੀ ਚਾਹੀਦੀ, ਦਵੈਸ਼ ਨਹੀਂ ਰਹਿਣਾ ਚਾਹੀਦਾ। ਨਿਤਨੇਮ ਕਰ ਲਿਆ ਪਰ ਗਵਾਂਢੀ ਦਾ ਸਾਰਾ ਦਿਨ ਬੁਰਾ ਸੋਚਦੇ ਰਹੇ, ਸਵੇਰੇ ਨਿਤਨੇਮ ਕਰ ਲਿਆ ਨਾਲ ਦੇ ਦਾ ਸਾਰਾ ਦਿਨ ਬੁਰਾ ਸੋਚਦੇ ਰਹੇ, ਫਿਰ ਕੀ ਹੋਏਗਾ? ਨਿਤਨੇਮ ਤਾਂ ਹੀ ਕੀਤਾ ਸੀ ਕਿ ਮੈਂ ਸਾਰਾ ਦਿਨ ਕਿਸੇ ਦਾ ਬੁਰਾ ਨਾ ਚਾਹਾਂ। ਨਿਤਨੇਮ ਕਰਨ ਦਾ ਅਰਥ ਇਹੀ ਸੀ ਨਾ। ਪਰ ਜੇਕਰ ਨਿਤਨੇਮ ਕਰਨ ਤੋਂ ਬਾਅਦ ਵੀ ਤੁਸੀਂ ਬੁਰਾ ਸੋਚਦੇ ਰਹਿੰਦੇ ਹੋ, ਪਾਠ ਕਰਨ ਤੋਂ ਬਾਅਦ ਵੀ ਤੁਸੀਂ ਬੁਰਾ ਸੋਚਦੇ ਰਹਿੰਦੇ ਹੋ, ਤੇ ਫਿਰ ਮਹਾਰਾਜ ਕਹਿੰਦੇ ਵੇਦ ਪੜ੍ਹਿਓ ਔਰ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸੁਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਭਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਧਰਮ ਗ੍ਰੰਥ ਬਹੁਤ ਵਾਚੇ, ਧਾਰਮਿਕ ਕਿਤਾਬਾਂ ਬਹੁਤ ਪੜ੍ਹੀਆਂ, ਪਰ ਪੜ੍ਹਨ ਦੇ ਬਾਵਜੂਦ ਵੀ ਅੰਦਰੋਂ ਮਾੜਾ ਤੇ ਖੋਟਾ ਚਿਤਵਣਾ ਨਹੀਂ ਛੱਡਿਆ,
तो भगत कबीर साहब जी पता की कहते, कबीर साहब जी कहते वेद पुराण पढ़े का क्या गुण, खर चंदन जस भारा। महाराज जी कहते कहते कि बड़ी प्यारी उदाहरण देंदे, कहते किसी को गधा है, खोता है, ते ਉਹਦੀ ਉਪਜੀਵਕਾ उस गधे तो चलती, क्योंकि वह गधे ते बोझ ढोंदा है, बजरी रेता होर कई चीज़ां ढोंदा है। अज उन्होंने पता लगा या उहदे कोल कोई व्यक्ति आया कि कहन लगा जी चंदन दियां लकड़ां ने इत्थों उत्थे लैके जाणियां ने, बड़ा खुश हो गया। खुश हो गया इस करके बई हुण तक मेरे गधे दी पिठ ते या मिट्टी हुंदी सी, या रेता हुंदी सी, या बजरी हुंदी सी, कल नूं मेरे गधे दी पिठ ते चंदन होना है, ते मेरा गधा बड़ा खुश होएगा बई अज ते मेरे मालक ने कमाल कर दी है, भी मेरी पिठ ते चंदन है। बड़ा खुश सी, उन्होंने सारी रात नींद नहीं आई भी सवेरे मेरा गधा बहुत खुश, वो गधे नाल प्रेम करता है क्योंकि उसकी रोटी रोजी गधा है। अगले दिन जो ਉਹਦੇ पिठ ते लकड़ां धरियां गईयां ते मालक उडिकन लगा भी हुण गधा कहेगा भी अज ते कमाल कर दी तुसी, पर हुण गधा ते बोले ही नहीं। मालक कहन लगा भी तेनू अज कोई चंगा चंगा नहीं महसूस हुंदा? गधा कहंदा चंगा चंगा किवें महसूस होएगा जी? कहंदा कमाल है, मैं तेरी पिठ ते अज चंदन रखिया होया है। गधा कहंदा महाराज भावें होवे चंदन, भावें होवे रेता, भावें होवे बजरी, भावें होवे मिट्टी, मेरी पिठ ते भार ही हुंदा बस, होर कुछ नहीं हुंदा। महाराज जी कहंदे इसे तरह ही वेद पुराण पढ़े का क्या गुण, खर चंदन जस भारा। जिवें गधे दी पिठ ते जेकर चंदन भी होवे तो उहदे लई भार है, इसे तरह वो व्यक्ति ने जिन्हां ने अपने हिरदे नूं साफ नहीं किया, ईर्षा द्वेष सड़ते रहिंदे ने, उन्होंने भावें बहुत कुछ पढ़िया है, जिन्ने मर्जी धार्मिक ग्रंथ पढ़े ने, पर उन्हां दी पिठ ते भी वैसा ही बोझ है बस, होर कख नहीं है। तो गुरबाणी पढ़ना अमृत वेले जाके महाराज कहंदे वो सन्मुख है जिहड़ा गुरबाणी पढ़दा है। गुरबाणी पढ़ के की करदा है? अपने हिरदे नूं धुंदा है। भरिए मत पापां कै संग, ओ धुपै नावै कै रंग। महाराज कहंदे धुपेगा कदों मन तुहाडा, किवें पवित्र होएगा? गुरु की पावन बाणी दे नाल। गुरबाणी ने ही तुहाडे हिरदे नूं धोना है, क्योंकि जिहड़ा मन है किस चीज़ नाल बनदा है? विचारां नाल ही बनदा ना जी, विचार ही ने ना मन। जैसे विचार वैसा मन। हुण जेकर तुसीं अपने अंदरों माड़े विचार कढना चाहते हो तो तुहानूं भले विचार अपने अंदर लैके आउणे पैणगे। अगर तुहाडे अंदर दी नैगेटिविटी ज़्यादा है तुहाडे अंदर, तो तुहानूं पॉजिटिव सोचना पेगा, नैगेटिव विचार अपने आप बाहर चले जाणगे। एक नूं तुसीं जगह दिओगे, ਉਹਦੇ ਲਈ ਤੁਹਾਨੂੰ जगह खाली करनी पैनी है, एक चीज़ बाहर कढ़नी पैगी। वस्तु अंदर वस्त समावै, जे दूजी होवै पास। तो गुरमुख जनों बुरा ना सोचो। अगर बुरा सोचोगे तो फिर महाराज जी कहते पातशाह जी के बचन ने 8 पहर चितवै नहीं पहुंचे। तुसी बुरा सोच सकते हो, सोचण नाल कदी किसी का बुरा नहीं हुंदा, पहुंचदा नहीं। महाराज कहते सोच सकते हो किसी का बुरा, पर तुहाडे सोचण नाल जिहदा तुसी सोचदे हो उहदा ते बुरा होना नहीं, पर तुहाडा जरूर हो जाना है। जिवें तुसी अपने हत्थ दे अंदर कोला फड़िया है, मगदा होया, तुसी सठना किसी होर ते चाहते हो, सठना पता नहीं तुसी कदों है कदों नहीं, पर तुसी जिन्ना चिर कोला फड़ी रखोगे उन्ना समा तुहाडा ही हत्थ सड़दा रहना।
ਜਿਸ ਚੀਜ਼ ਨੂੰ ਤੁਸੀਂ ਆਪਣੇ ਹਿਰਦੇ 'ਚ ਜਗ੍ਹਾ ਦਿੱਤੀ ਹੋਈ ਹੈ ਨਾ, ਉਹ ਤੁਹਾਡੇ ਤੇ ਅਸਰ ਕਰੇਗੀ। ਅੰਮ੍ਰਿਤ ਨੂੰ ਜਗ੍ਹਾ ਦਿਓਗੇ ਤੇ ਤੁਹਾਡਾ ਹਿਰਦਾ ਅੰਮ੍ਰਿਤ ਨਾਲ ਭਰਿਆ ਰਹੇਗਾ। ਜ਼ਹਿਰ ਨੂੰ ਜਗ੍ਹਾ ਦਿਓਗੇ, ਬੇਸ਼ੱਕ ਤੁਸੀਂ ਸੁੱਟਣਾ ਕਿਸੇ ਤੇ ਹੀ ਹੈ, ਪਰ ਉਹ ਜ਼ਹਿਰ ਪਹਿਲਾਂ ਤੁਹਾਡੇ ਅੰਦਰ ਰਹੇਗਾ ਨਾ। ਮੈਂ ਕਈ ਵਾਰੀ ਬੇਨਤੀ ਕਰਦਾ, ਦੋ ਤਰ੍ਹਾਂ ਦਾ ਜ਼ਹਿਰ ਹੁੰਦਾ ਹੈ। ਇੱਕ ਜ਼ਹਿਰ ਤੁਹਾਨੂੰ ਮਾਰਕੀਟ 'ਚੋਂ ਮਿਲਦਾ ਹੈ, ਉਹ ਲਿਕਵਿਡ ਰੂਪ ਦੇ ਅੰਦਰ ਹੋ ਸਕਦਾ ਹੈ, ਗੋਲੀਆਂ ਹੋ ਸਕਦੀਆਂ ਨੇ। ਅਗਰ ਤੁਸੀਂ ਖਾਓਗੇ ਤੇ ਉਹ ਅਸਰ ਕਰੇਗਾ। ਮਹਾਰਾਜ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ ਕਿ ਜੈਸੇ ਬਿਖ ਤਨਕ ਹੀ ਖਾਤ, ਮਰ ਜਾਤ ਗਾਤ ਪ੍ਰਤਪਾਲੀ ਬਰਖਣ। ਕਿ ਥੋੜਾ ਜਿਹਾ ਬਿਖ ਖਾਣ ਦੇ ਨਾਲ ਤੁਹਾਡੀ ਸਾਲਾਂ ਦੀ ਪਾਲੀ ਹੋਈ ਦੇਹ ਇੱਕ ਛਿਨ 'ਚ ਖਤਮ ਹੋ ਜਾਣੀ ਹੈ। ਤੁਸੀਂ 30 ਸਾਲ ਪਾਲੀ ਹੈ, 50 ਸਾਲ ਪਾਲੀ ਹੈ, ਮਰ ਜਾਣੀ ਹੈ ਬਿਖ ਖਾਂਦਿਆਂ ਸਾਰੀ। ਇੱਕ ਜ਼ਹਿਰ ਬਾਹਰੋਂ ਅੰਦਰ ਜਾਂਦਾ ਹੈ। ਉਸ ਜ਼ਹਿਰ ਦੀ ਖਾਸੀਅਤ ਇਹ ਹੁੰਦੀ ਹੈ ਕਿ ਉਸ ਜ਼ਹਿਰ ਨੂੰ ਤੁਸੀਂ 10 ਮਹੀਨੇ ਰੱਖ ਦਿਓ ਬੋਟਲ 'ਚ, ਸ਼ੀਸ਼ੀ 'ਚ, 10 ਮਹੀਨੇ ਉਸ ਨੂੰ ਕੁਝ ਨਹੀਂ ਕਹੇਗਾ, ਜਿਹਦੇ ਤੁਸੀਂ ਸੰਭਾਲ ਕੇ ਰੱਖੀ ਹੋਈ ਹੈ। ਜ਼ਹਿਰ ਨੂੰ ਜਿੰਦੇ 'ਚ ਤੁਸੀਂ ਰੱਖਿਆ ਉਸ ਬੋਤਲ ਨੂੰ ਤੇ ਕੁਝ ਨਹੀਂ ਕਰਦਾ, ਉਹ ਤੁਸੀਂ ਪੀ ਲਿਆ ਤੁਹਾਨੂੰ ਖਤਮ ਕਰ ਦੇਗਾ। ਜਿਹੜਾ ਦੂਜਾ ਜ਼ਹਿਰ ਹੈ ਉਹ ਬਾਹਰੋਂ ਅੰਦਰ ਨਹੀਂ ਜਾਂਦਾ, ਉਹ ਅੰਦਰੋਂ ਬਾਹਰ ਆਉਂਦਾ ਹੈ। ਔਰ ਇਸ ਜ਼ਹਿਰ ਦੀ ਖਾਸੀਅਤ ਪਤਾ ਕੀ ਹੈ? ਇਹ ਜ਼ਹਿਰ ਜਿਹੜਾ ਹੈ ਨਾ, ਇਹ ਜ਼ਹਿਰ ਨੂੰ ਤੁਸੀਂ ਜਿਹੜੇ ਭਾਂਡੇ 'ਚ ਸੰਭਾਲਦੇ ਹੋ ਨਾ, ਸਭ ਤੋਂ ਪਹਿਲਾਂ ਉਸੇ ਭਾਂਡੇ ਨੂੰ ਖਤਮ ਕਰ ਦਿਓ। ਨਫ਼ਰਤ ਨੂੰ ਕਿੱਥੇ ਰੱਖਦੇ ਹੋ ਤੁਸੀਂ? ਵੈਰ ਨੂੰ ਕਿੱਥੇ ਰੱਖਦੇ ਹੋ? ਦਵੈਸ਼ ਨੂੰ ਕਿੱਥੇ ਰੱਖਦੇ ਹੋ? ਈਰਸ਼ਾ ਨੂੰ ਕਿੱਥੇ ਰੱਖਦੇ ਹੋ? ਕ੍ਰੋਧ ਨੂੰ ਕਿੱਥੇ ਰੱਖਦੇ ਹੋ? ਕਿਹੜਾ ਭਾਂਡਾ ਹੈ ਜੀ ਉਹ? ਆ ਸਾਡਾ ਅੰਦਰ ਹੀ ਹੈ ਨਾ, ਮਨ ਹੀ ਹੈ, ਹਿਰਦਾ ਹੀ ਹੈ, ਜਿੱਥੇ ਤੁਸੀਂ ਸੰਭਾਲ ਕੇ ਰੱਖਦੇ ਹੋ। ਇਹ ਐਸਾ ਜ਼ਹਿਰ ਹੈ ਪਿਆਰਿਓ, ਇਹਨੇ ਤੁਹਾਡੇ ਭਾਂਡੇ ਦਾ ਹੀ ਨਾਸ ਮਾਰ ਦੇਣਾ, ਜਿਹੜੇ ਭਾਂਡੇ ਤੁਸੀਂ ਸੰਭਾਲਿਆ ਹੋਇਆ ਹੈ। ਇਹਨੂੰ ਤੇ ਮਹਾਰਾਜ ਕਹਿੰਦੇ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਢਾਲ ਹੈ। ਜੇਕਰ ਤੁਹਾਡੀ ਸੋਚਣੀ ਮਾੜੀ ਹੈ, ਬੁਰਾ ਸੋਚਦੇ ਹੋ, ਕਿਸੇ ਦਾ ਕੁਝ ਨਹੀਂ ਵਿਗਾੜ ਰਿਹਾ, ਤੁਸੀਂ ਆਪਣਾ ਹੀ ਸਤਿਆਨਾਸ਼ ਕਰਦੇ ਪਏ। ਆਪਣੀ ਬਰਬਾਦੀ ਤੁਸੀਂ ਆਪਣੇ ਹੱਥੀ ਕਰਦੇ ਪਏ। ਇਸੇ ਕਰਕੇ ਮਹਾਰਾਜ ਜੀ ਕਹਿੰਦੇ, ਆਠ ਪਹਿਰ ਚਿਤਵੈ ਨਹੀਂ ਪਹੁੰਚੈ, ਬੁਰਾ ਚਿਤਵਤ ਮਰੀਐ। ਕਹਿੰਦੇ ਬੁਰਾ ਚਿਤਵਦਾ ਆਪ ਹੀ ਮਰ ਜਾਂਦਾ। ਦੁਬਾਰਾ ਫਿਰ ਤੁਹਾਨੂੰ ਬਚਨ ਸੁਣਾ ਦੇਣਾ, ਇਹਨਾਂ ਬਚਨਾਂ ਨੂੰ ਪੱਲੇ ਬੰਨ ਲਿਓ। ਨਿੰਦਕ ਐਸੇ ਹੀ ਚਰ ਪਰੀਐ, ਇਹ ਨਿਸ਼ਾਨੀ ਸੁਣੋ ਤੁਮ ਭਾਈ, ਜੋ ਕਾਲਰ ਭੀਤ ਗਿਰੀਐ। ਕਲਰ ਦੀ ਦੀਵਾਰ ਜਿਹੜੀ ਹੈ ਨਾ, ਕਲਰ ਹੌਲੀ ਹੌਲੀ ਉਹਨੂੰ ਖਾ ਜਾਂਦਾ ਹੈ। ਉਹ ਹੌਲੀ ਹੌਲੀ ਕਿਰਦੀ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਉਹ ਬੰਦੇ ਦੀ ਹਾਲਤ ਹੈ ਜਿਹੜਾ ਸਾਰਾ ਦਿਨ ਦੂਜਿਆਂ 'ਚ ਬੁਰਾਈ ਲੱਭਦਾ ਰਹਿੰਦਾ ਹੈ, ਦੂਜਿਆਂ 'ਚ ਖਾਮੀਆਂ ਲੱਭਦਾ ਰਹਿੰਦਾ ਹੈ। ਜੋ ਦੇਖੈ ਛਿੱਦਰ ਤੋਂ ਨਿੰਦਕ ਉਮਾ ਹੈ, ਭਲੋ ਦੇਖ ਦੁੱਖ ਭਰੀਐ। ਜੋ ਤੁਸੀਂ ਦੂਜੇ 'ਚ ਦੇਖਣਾ ਹੈ, ਭਾਵ ਉਹਨੂੰ ਤੁਸੀਂ ਖਿੱਚਣਾ ਹੈ। ਜੋ ਤੁਸੀਂ ਦੂਜੇ 'ਚ ਚਿਤਵਦੇ ਹੋ ਸਾਰਾ ਦਿਨ, ਤੁਸੀਂ ਆਪਣੇ ਲਈ ਤਿਆਰੀ ਕਰਦੇ ਪਏ। ਆਠ ਪਹਿਰ ਚਿਤਵੈ ਨਹੀਂ ਪਹੁੰਚੈ। 8 ਪੈਰ ਤੁਸੀਂ ਚਿਤਵਦੇ ਹੀ ਮਾੜਾ ਹੋ। ਦੁਨੀਆ ਦੀ ਕੋਈ ਤਾਕਤ ਤੁਹਾਡਾ ਭਲਾ ਨਹੀਂ ਕਰ ਸਕਦੀ। ਜਿਹੜਾ ਬੰਦਾ 8 ਪੈਰ ਇੱਕ ਹੀ ਚੀਜ਼ ਸੋਚਦਾ ਰਹੇ, ਦੱਸੋ ਉਹਦਾ ਭਲਾ ਹੋ ਸਕਦਾ? ਉਹਦਾ ਭਲਾ ਨਹੀਂ ਹੋ ਸਕਦਾ। 8 ਪੈਰ ਚੰਗਾ ਸੋਚੋ, ਚੰਗਾ ਚਿਤਵੋ, ਤੁਹਾਡਾ ਭਲਾ ਹੋਏਗਾ। ਇਸੇ ਕਰਕੇ ਅਰਦਾਸ ਦੇ ਅੰਦਰ ਤੁਸੀਂ 3 ਵਕਤ ਕਹਿੰਦੇ ਹੋ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸੁਰਬੱਤ ਦਾ ਭਲਾ। ਇਹ ਕੀ ਹੈ? ਚਿਤਵੇ ਹੀ ਹੈ। ਤੁਸੀਂ ਪੁਕਾਰ ਕੀਤੀ ਹੈ, ਮਨ ਦੇ ਅੰਦਰ ਇਹ ਅਰਦਾਸ ਕੀਤੀ ਹੈ, ਬੇਨਤੀ ਕੀਤੀ ਹੈ। 3 ਟਾਈਮ ਮੈਂ ਤਾਂ ਕਿਹਾ ਹੈ ਕਿਉਂਕਿ ਨਿਤਨੇਮ ਤੋਂ ਬਾਅਦ ਸਵੇਰੇ, ਫਿਰ ਸ਼ਾਮ ਸੋਦਰ ਤੋਂ ਬਾਅਦ, ਫਿਰ ਰਾਤ ਸੋਲਾ ਸਾਹਿਬ ਸੌਣ ਵੇਲੇ ਤੋਂ ਬਾਅਦ ਤੁਸੀਂ 3 ਟਾਈਮ ਤੇ ਅਰਦਾਸ ਪੱਕੀ ਹੈ ਨਾ। ਇਹ ਤੇ ਕਰਦੇ ਹੀ ਹੋ। ਵੈਸੇ ਅੱਗੇ ਪਿੱਛੇ ਵੀ ਸਮਾਗਮਾਂ 'ਚ ਤੁਸੀਂ ਹਾਜ਼ਰੀ ਭਰਦੇ ਹੋ। 3 ਟਾਈਮ ਤੇ ਸਿੱਖ ਕਰਦਾ ਹੀ ਅਰਦਾਸ। ਤੋ ਉਹ ਚਿਤਵਦਾ ਹੈ। ਕੀ ਚਿਤਵਦਾ ਹੈ? ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਸਰਬੱਤ ਦਾ ਭਲਾ ਚਿਤਵੋ, ਤੁਹਾਡਾ ਵੀ ਭਲਾ ਹੋਣਾ ਸ਼ੁਰੂ ਹੋ ਜਾਏ।
ਬੁਰਾ ਚਿਤਵੋਗੇ ਤੁਹਾਡਾ ਬੁਰਾ ਹੋਣਾ ਸ਼ੁਰੂ ਹੋ ਜਾਏਗਾ। ਸੋ ਇਸੇ ਕਰਕੇ ਗੁਰੂ ਅਰਜਨ ਮਹਾਰਾਜ ਜੀ ਭਾਈ ਸ਼ਮੁੰਦਾ ਜੀ ਨੂੰ ਇਹ ਗੱਲ ਕਹਿੰਦੇ ਨੇ ਕਿ ਪਹਿਰ ਰਾਤ ਰਹਿੰਦਿਆਂ ਜਾਗਣਾ, ਜਾਗ ਕੇ